वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜੋ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਬਲਿਓ ਚਿਰਾਗ ਜੀਵਨੀ ਗੁਰੂ ਨਾਨਕ ਦੇਵ ਜੀ। ਲੇਖਕ ਸਤਬੀਰ ਸਿੰਘ। ਕਥਨਾ ਕਰੜਾ ਸਾਰ। ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਮਨੌਤ ਹੈ ਕਿ ਪੜ੍ਹਦਿਆਂ ਆਨੰਦ ਅਥਾਹ ਆਉਂਦਾ ਹੈ, ਸਮਝ ਵੀ ਪੈਂਦੀ ਹੈ ਅਤੇ ਇੰਜ ਮਹਿਸੂਸ ਹੁੰਦਾ ਹੈ ਕਿ ਅਰਥ ਭਾਵ ਸਮਝ ਆ ਗਏ ਹਨ, ਪਰ ਜਦ ਫਿਰ ਪੜ੍ਹੋ ਤਾਂ ਇੰਜ ਲੱਗਦਾ ਹੈ ਕਿ ਅਰਥ ਤਾਂ ਬਹੁਤ ਡੂੰਘੇ ਹਨ। ਅਸੀਂ ਸਤਹਿ ਤੇ ਹੀ ਫਿਰਦੇ ਰਹੇ। ਇਹ ਹੀ ਕਾਰਨ ਹੈ ਕਿ ਅਨੇਕਾਂ ਟੀਕੇ ਹੋ ਜਾਣ ਉਪਰੰਤ ਵੀ ਅਜੇ ਤੱਕ ਜਪਜੀ ਦਾ ਭਾਵ ਸਮਝ ਗੋਚਰੇ ਨਹੀਂ ਹੋਇਆ। ਕੁਝ ਐਸਾ ਹੀ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਪੜ੍ਹਦਿਆਂ ਸੁਣਦਿਆਂ ਲਿਖਦਿਆਂ। ਉਹਨਾਂ ਬਾਰੇ ਆਖਰੀ ਗੱਲ ਤਾਂ ਕਿਤੇ ਰਹੀ ਨਿਸ਼ਚੇ ਨਾਲ ਵੀ ਕਹਿਣਾ ਬੜਾ ਕਠਿਨ ਹੈ। ਕਥਨਾ ਕਰੜਾ ਸਾਰ ਵਾਲੀ ਅਵਸਥਾ ਹੁੰਦੀ ਹੈ। ਬਲਿਓ ਚਿਰਾਗ ਦੇ 5 ਐਡੀਸ਼ਨ ਪਿਛਲੇ 2 ਦਹਾਕਿਆਂ ਵਿੱਚ ਛਪੇ ਹਨ। ਹਰ ਵਾਰੀ ਨਵੇਂ ਐਡੀਸ਼ਨ ਨੂੰ ਸੋਧਿਆ, ਪਰ ਜਦ 6ਵਾਂ ਐਡੀਸ਼ਨ ਛਾਪਣ ਲਈ ਦੇਣ ਹਿੱਤ ਫਿਰ ਪੜ੍ਹਿਆ ਤਾਂ ਇੰਜ ਲੱਗੇ ਅਜੇ ਤਾਂ ਬਹੁਤ ਕੁਝ ਕਹਿਣ ਖੁਣੋਂ ਰਹਿ ਗਿਆ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਰੇ ਅਧਿਆਏ ਹੀ ਸੋਧਣੇ ਪਏ। ਤਲਵੰਡੀ ਵਿਖੇ 32 ਸਾਲ ਦਾ ਅਧਿਆਏ ਹੀ ਤੱਕੋ। ਜਦ ਮੂਲ ਸੋਮੇ ਫਿਰ ਪੜ੍ਹੇ ਤਾਂ ਇੰਜ ਪਿਆ ਲੱਗੇ ਕਿ ਗੁਰੂ ਪਾਤਸ਼ਾਹ ਦਾ ਹਰ ਕਰਮ ਹੀ ਕੌਤਕ ਹੈ। ਗੁਰੂ ਬਾਬੇ ਅਤੇ ਬਾਬਰ ਦੀ ਮਿਲਣੀ ਦੇ ਕਿਤਨੇ ਹੀ ਤੱਥ ਹੋਰ ਮਿਲੇ ਹਨ। ਬਾਬਰ ਨੇ ਜਦ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ ਅਤੇ ਨਾਲ ਹੀ ਦੌਲਤ ਖਾਂ ਨੂੰ ਕਿਹਾ ਕਿ ਉਹਨਾਂ ਨੂੰ ਮਿਲਣ ਜਾਣਾ ਹੈ। ਭੇਟ ਕੀ ਕਰਾਂ ਤਾਂ ਕਿਆ ਖੂਬ ਨਵਾਬ ਦੌਲਤ ਖਾਂ ਨੇ ਕਿਹਾ ਸੀ, ਬਾਬਰ ਨੂੰ ਕੀ ਤੇਰੇ ਪਾਸ ਦੇਣ ਯੋਗ ਹੈ ਕੀ? ਮੀਰੀ ਪੀਰੀ ਦਾ ਮਾਲਕ ਹੈ ਗੁਰੂ ਨਾਨਕ ਦੇਵ, ਨੇੜੇ ਜਾ ਕੇ ਤੈਨੂੰ ਆਪੇ ਦਿਸ ਆਏਗਾ। ਮੀਰੀ ਪੀਰੀ ਇਨ ਦੋਨੋਂ ਪਾਏ ਦੇਖੋਗੇ ਤੁਮ ਨੇੜੇ ਜਾਏ। ਤਿੰਨੇ ਹੀ ਉਦਾਸੀਆਂ ਨਵੇਂ ਸਿਰਿਓਂ ਲਿਖੀਆਂ ਗਈਆਂ। ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਸਾਨੂੰ ਸ਼ਬਦ ਦੇ ਲੜ ਲਾਇਆ, ਅੱਖਰ ਰਾਹੀਂ ਵੱਖਰ ਪ੍ਰਾਪਤ ਕਰਨ ਦੀ ਜਾਂਚ ਸਿਖਾਈ। ਹਜੂਰੀ ਕਵੀ ਕੰਕਣ ਨੇ 10 ਗੁਰੂ ਗਾਥਾ ਵਿੱਚ ਇਸ ਲਈ ਉਪਮਾ ਕਰਦਿਆਂ ਕਿਹਾ ਸੀ, ਧੰਨ ਧੰਨ ਨਾਨਕ ਗੁਰ ਕੀਤਾ ਪਰਉਪਕਾਰ, ਅਸ਼ਰ ਦਾ ਪੁਲ ਬਾਧ ਕੇ ਸ੍ਰਿਸ਼ਟੀ ਉਤਾਰੀ ਪਾਰ। ਟਾਈਟਲ ਵੀ ਨਵਾਂ ਬਣਾਇਆ ਹੈ ਤਾਂ ਕਿ ਹਰ ਪੱਖੋਂ ਹੀ ਇਹ ਐਡੀਸ਼ਨ ਸੱਜਰਾ ਲੱਗੇ। ਪਿਛਲੇ 2 ਸਾਲਾਂ ਤੋਂ ਰੋਜ਼ਾਨਾ ਅਜੀਤ ਵਿਖੇ ਹਰ ਸ਼ੁੱਕਰਵਾਰ ਲਗਾਤਾਰ ਇੱਕ ਕਾਲਮ ਇੱਕੜ ਦੁੱਕੜ ਲਿਖ ਰਿਹਾ ਹਾਂ। ਕਾਲਮ ਇਤਨਾ ਪੜ੍ਹਿਆ ਗਿਆ ਹੈ, ਜੇ ਕਦੇ ਛਾਪਣ ਖੁਣੋਂ ਰਹਿ ਜਾਵੇ ਤਾਂ ਉਸੇ ਵੇਲੇ ਚਿੱਠੀ ਆ ਜਾਂਦੀ ਹੈ। ਪਾਠਕ ਵਾਰ ਲਿਖ ਰਹੇ ਹਨ ਕਿ ਲੇਖਾਂ ਨੂੰ ਪੁਸਤਕ ਦੀ ਸ਼ਕਲ ਵਿੱਚ ਛਾਪ ਦਿਓ। ਇੱਕ ਤਾਂ ਸਾਂਭੇ ਰਹਿਣਗੇ, ਦੂਸਰੇ ਖਿਆਲ ਸਿਲਸਿਲੇਵਾਰ ਹੋ ਜਾਣਗੇ। ਸੋ ਰਬਾਬ ਤੇ ਨਗਾਰਾ ਦੇ ਨਾਂ ਹੇਠ ਉਹ ਪੁਸਤਕ ਵੀ ਛਪ ਕੇ ਆ ਗਈ ਹੈ। ਇਸ ਤਰ੍ਹਾਂ 2 ਹੋਰ ਪੁਸਤਕਾਂ ਤਿਆਰ ਹੋ ਰਹੀਆਂ ਹਨ। ਪਰ ਪਹਿਲਾਂ ਮੰਨੋ ਭਾਵੇਂ ਨਾ ਦੇਣੀ ਹੈ ਤਾਂ ਕਿ ਸਿੱਖੀ ਦਾ ਗੌਰਵ ਹੋਰ ਵਧੇ। ਮਨ ਬਿਸਰਾਮ ਵੀ ਛਪ ਕੇ ਆਸ ਹੈ ਕਿ ਛੇਤੀ ਆ ਜਾਵੇਗੀ ਅਤੇ ਕਥਾ ਪੁਰਾਤਨ ਇਉਂ ਸੁਣੀ ਦਾ ਅਗਲਾ ਹਿੱਸਾ ਤਿਆਰ ਹੋ ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਵਿਸਥਾਰ ਦਾ ਕਾਰਜ ਤਾਂ ਗੁਰੂ ਮਿਹਰ ਸਦਕਾ ਨਿਰੰਤਰ ਚੱਲ ਹੀ ਰਿਹਾ ਹੈ। ਬਸ ਇਹ ਹੀ ਆਸ ਹੈ ਕਿ ਗੁਰੂ ਪਿਤਾ ਅੱਗੇ ਕੀ ਮਿਹਰਾਂ ਕਰਦੇ ਰਹਿਣ। ਸਤਬੀਰ ਸਿੰਘ। ਕੁਝ ਪੁਸਤਕ ਬਾਰੇ ਭਾਈ ਮਣੀ ਸਿੰਘ ਜੀ ਨੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਲਿਖਿਆ ਹੈ ਕਿ ਸਵਾਰਥੀਆਂ ਨੇ ਕੁਝ ਜਾਣ ਕੇ ਅਤੇ ਕੁਝ ਅਣਜਾਣ ਪੁਣੇ ਵਿੱਚ ਦੁੱਧ ਰੂਪ ਸਾਖੀ ਵਿੱਚ ਜਲ ਰਲਾ ਦਿੱਤਾ ਹੈ। ਜੋ ਸਾਖੀਆਂ ਸਾਡੇ ਤੱਕ ਪੁੱਜ ਰਹੀਆਂ ਹਨ, ਇਹਨਾਂ ਵਿੱਚੋਂ ਤੱਥ ਲੱਭਣ ਦੀ ਲੋੜ ਹੈ। ਇਹ 2 ਹੀ ਤਰੀਕਿਆਂ ਨਾਲ ਹੋ ਸਕਦਾ ਹੈ। ਇੱਕ, ਅਸੀਂ ਹੰਸ ਬਣ ਜਾਈਏ ਅਤੇ ਇਸ ਤਰ੍ਹਾਂ ਸਾਡੀ ਚੁੰਝ ਵਿੱਚ ਖਟਾਸ ਆ ਜਾਏਗੀ ਅਤੇ ਜਦ ਦੁੱਧ ਵਿੱਚ ਚੁੰਝ ਮਾਰਾਂਗੇ ਤਾਂ ਦੁੱਧ ਵੱਖ ਹੋ ਜਾਵੇਗਾ ਅਤੇ ਪਾਣੀ ਅੱਡ। ਪਰ ਹੰਸ ਬਣਨਾ ਇਤਨਾ ਆਸਾਨ ਨਹੀਂ ਹੈ। ਫਿਰ ਦੂਜਾ ਰਾਹ ਹੈ ਕਿ ਹੇਠਾਂ ਤਾਂ ਦਿੱਤਾ ਜਾਏ ਅਤੇ ਪਾਣੀ ਉੱਡਣਾ ਸ਼ੁਰੂ ਹੋ ਜਾਏਗਾ ਅਤੇ ਅੰਤ ਨੂੰ ਨਿਰੋਲ ਦੁੱਧ ਰਹਿ ਜਾਵੇਗਾ। ਆਵਟਣ ਆਪੇ ਖਪੇ ਦੁੱਧ ਕਿਉਂ ਖਪਣ ਨਾ ਦੇ। ਅੱਗ ਦੇਣ ਨਾਲ ਪਾਣੀ ਹੀ ਉੱਡੇਗਾ, ਦੁੱਧ ਨੂੰ ਆਂਚ ਤੱਕ ਹੀ ਨਹੀਂ ਆਉਣੀ।
ਭਾਈ ਮਣੀ ਸਿੰਘ ਜੀ ਸਾਨੂੰ ਜੁਗਤ ਸਮਝਾ ਗਏ ਹਨ ਕਿ ਕਿਸ ਤਰ੍ਹਾਂ ਜਨਮ ਸਾਖੀਆਂ ਜਾਂ ਗੁਰੂ ਇਤਿਹਾਸ ਨੂੰ ਪੜ੍ਹਨਾ ਹੈ, ਪਰ ਕਿਸੇ ਪਾਦਰੀ ਮੈਕਲੌਡ ਨੇ ਹੰਸ ਬਣਨ ਦੇ ਥਾਵੇਂ ਅਸਲੀਅਤ ਲੱਭਣ ਦੀ ਥਾਂ ਸੱਚ ਨੂੰ ਹੀ ਭੰਨਣਾ ਤੋੜਨਾ ਸ਼ੁਰੂ ਕਰ ਦਿੱਤਾ। ਖੋਜ ਦੀ ਮਰਿਆਦਾ ਹੀ ਉਸ ਭੰਨ ਸੁੱਟੀ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਉਤਸਵ ਹੋਣ ਕਾਰਨ ਚਾਰੇ ਪਾਸੇ ਗੁਰੂ ਨਾਨਕ ਨੂੰ ਸੁਣਨ ਪੇਖਣ ਦੀ ਰੁਚੀ ਵਧੀ। ਬਹੁਤ ਸਫਲ ਯਤਨ ਹੋਏ, ਕਈ ਪੁਸਤਕਾਂ ਸਾਹਮਣੇ ਆਈਆਂ, ਪਰ ਸਭ ਨੇ ਇੱਕੋ ਪੱਖ ਉਜਾਗਰ ਕਰਨ 'ਤੇ ਹੀ ਜ਼ੋਰ ਦਿੱਤਾ। ਕਿਸੇ ਉਹਨਾਂ ਦੇ ਦਰਸ਼ਨ ਨੂੰ ਸਮਝਣ 'ਤੇ ਜ਼ੋਰ ਲਾਇਆ ਤਾਂ ਕਿਸੇ ਨੇ ਨਿਰੋਲ ਇਤਿਹਾਸਕ ਦ੍ਰਿਸ਼ਟੀਕੋਣ 'ਤੇ। ਦੋਵਾਂ ਨੂੰ ਰਲਾ ਕੇ ਦੇਖਣ ਅਤੇ ਲਿਖਣ ਦਾ ਯਤਨ ਘੱਟ ਹੋਇਆ। ਕੁਝ ਲੇਖਾਂ ਵਿੱਚ ਇਸ ਪਾਸੇ ਉਪਰਾਲੇ ਕੀਤੇ ਗਏ, ਪਰ ਉਹ ਅਧੂਰੇ ਹੀ ਰਹੇ। ਮੇਰੀ ਇਹ ਹਾਰਦਿਕ ਇੱਛਾ ਸੀ ਕਿ ਸਭ ਜਨਮ ਸਾਖੀਆਂ, ਲੱਭਤਾਂ, ਲਿਖਤਾਂ ਤੇ ਦੱਸੇ ਦ੍ਰਿਸ਼ਟੀਕੋਣਾਂ ਨੂੰ ਲੈ ਕੇ ਇੱਕ ਪੁਸਤਕ ਲਿਖਣ ਦਾ ਯਤਨ ਕਰਨਾ ਚਾਹੀਦਾ ਹੈ। ਜਦ ਮੈਂ ਇਸ ਆਸ਼ੇ ਨੂੰ ਮੁੱਖ ਰੱਖ ਕੇ ਪਿਛਲੇ ਸਾਲ ਤਲਵੰਡੀ, ਧਨਸੂ ਦੇਸ ਜਹਾਂ ਤੂੰ ਵਸਿਆ ਅਤੇ ਫਿਰ ਸੁਲਤਾਨਪੁਰ ਵਿੱਚ 4.5 ਸਾਲ ਲਿਖੇ ਤਾਂ ਮੇਰਾ ਯਕੀਨ ਬੱਝ ਗਿਆ ਕਿ ਇਸ ਪੱਖੋਂ ਲਿਖਣ ਦੀ ਬਹੁਤ ਲੋੜ ਹੈ। ਸਾਖੀ ਨੂੰ ਸੁਣਾਉਣ ਦਾ ਇਹ ਨਵੀਨ ਢੰਗ ਸਾਰੇ ਪਸੰਦ ਕਰ ਰਹੇ ਹਨ, ਸੋ ਬਲਿਓ ਚਿਰਾਗ ਉਸੇ ਢੰਗ ਨਾਲ ਲਿਖਿਆ ਇਤਿਹਾਸ ਜਾਂ ਸਾਖੀ ਹੈ। ਇੱਥੇ ਮੈਂ ਸਿਰਫ ਇੱਕੋ ਉਦਾਹਰਣ ਦੇਣੀ ਚਾਹੁੰਦਾ ਹਾਂ ਤਾਂ ਕਿ ਸਾਖੀ ਵਿੱਚ ਅਸਲ ਗੱਲ ਨੂੰ ਉਜਾਗਰ ਕਰਨ ਦੀ ਕਿਤਨੀ ਕੁ ਲੋੜ ਹੈ ਦਾ ਪਤਾ ਲੱਗ ਜਾਏ। ਪੁਰਾਤਨ ਜਨਮ ਸਾਖੀ ਵਾਲਾ ਜਦ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਜਾਣ ਵਾਲੀ ਸਾਖੀ ਲਿਖਦਾ ਹੈ ਤਾਂ ਉਹ ਬਹੁਤਾ ਜ਼ੋਰ ਮਾਤਾ ਸੁਲੱਖਣੀ ਦੇ ਰੁਦਨ ਅਤੇ ਨਾਲ ਲੈ ਜਾਣ 'ਤੇ ਦਿੰਦਾ ਹੈ। ਉਸ ਰੁਦਨ ਰੌਲੇ ਵਿੱਚ ਮਾਤਾ ਸੁਲੱਖਣੀ ਅਤੇ ਗੁਰੂ ਨਾਨਕ ਦੇਵ ਜੀ ਦੇ ਵਾਕ ਗੁੰਮ ਹੋ ਗਏ, ਜੋ ਉਹਨਾਂ ਨੂੰ ਗ੍ਰਹਿ-ਸਥੀ ਮਹਿ ਵੱਡਾ ਗ੍ਰਹਿ-ਸਥੀ ਦਰਸਾ ਸਕਦੇ ਸਨ। ਮਾਤਾ ਜੀ ਨੇ ਕਿਹਾ ਸੀ, ਜੋ ਜੀ ਤੁਸੀਂ ਘਰ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਹੈ। ਸਭ ਕੁਝ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਪਰਮੇਸ਼ਰ ਕੀਏ ਰੁਜ਼ਗਾਰ ਲੱਗੇਗਾ ਸਦਾਏ ਲੈਸਾਂ। ਭੈਣ ਤੇ ਭਾਰਾ ਪਾਉਣਾ ਕਿੱਥੋਂ ਦੀ ਸਿਆਣਪ ਸੀ। ਫਿਰ ਜਦ ਮੋਦੀ ਬਣ ਗਏ ਤਾਂ ਉਸੇ ਵੇਲੇ ਮਰਦਾਨਾ ਜੀ ਨੂੰ ਭੇਜ ਕੇ ਬੱਚੇ ਅਤੇ ਪਤਨੀ ਸੁਲਤਾਨਪੁਰ ਮੰਗਵਾ ਲਏ। ਇਸੇ ਤਰ੍ਹਾਂ ਇੱਕ ਨਹੀਂ, ਹਰ ਸਾਖੀ ਨੂੰ ਗੌਰ ਨਾਲ ਪੜ੍ਹ ਕੇ ਅਸਲੀਅਤ ਉਜਾਗਰ ਕਰਨ ਦੀ ਲੋੜ ਹੈ। ਇਹ ਪੁਸਤਕ 23 ਨਵੰਬਰ 1969 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਛਪ ਕੇ ਹੱਥਾਂ ਵਿੱਚ ਨਾ ਆਉਂਦੀ ਜੇ ਸਰਦਾਰ ਮਹਿਤਾਬ ਸਿੰਘ ਪਿੱਛੇ ਪੈ ਕੇ ਨਾ ਛਪਵਾਉਂਦੇ, ਅਤੇ ਇਹ ਪੁਸਤਕ ਲਿਖੀ ਹੀ ਨਾ ਜਾ ਸਕਦੀ ਜੇ ਜਸਪਾਲ ਕੌਰ ਜੀ ਪੂਰਾ ਧਿਆਨ ਨਾ ਦਿੰਦੇ। ਸਰਦਾਰ ਗੁਰਦੀਪ ਸਿੰਘ ਟਾਈਪਿਸਟ ਦਾ ਵੀ ਧੰਨਵਾਦੀ ਹਾਂ, ਜਿਸ ਨੇ ਦਿਨ ਰਾਤ ਇੱਕ ਕਰਕੇ ਖਰੜੇ ਦੇ ਜ਼ਰੂਰੀ ਹਿੱਸਿਆਂ ਨੂੰ ਟਾਈਪ ਕੀਤਾ। ਇਹ ਪੁਸਤਕ ਮੈਂ ਰਾਵੀ ਦੀ ਉਸ ਛੱਲ ਨੂੰ ਭੇਟ ਕਰ ਰਿਹਾ ਹਾਂ ਜੋ ਬਾਬੇ ਦੀ ਖਾਕ ਰੋੜ ਕੇ ਆਪਣੇ ਨਾਲ ਲੈ ਗਈ ਅਤੇ ਪਿੱਛੋਂ ਬਾਬੇ ਦੇ 5ਵੇਂ ਸਰੂਪ ਗੁਰੂ ਅਰਜਨ ਦਾ ਪਾਵਨ ਖੂਨ। ਦਾਸ ਸਤਬੀਰ ਸਿੰਘ। ਭਾਗ ਪਹਿਲਾ। ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ। ਅੰਧੇਰਾ ਹੀ ਅੰਧੇਰਾ। ਗੁਰੂ ਨਾਨਕ ਦੇਵ ਜੀ ਨੇ ਆਪ ਹੀ ਆਪਣੇ ਸਮੇਂ ਬਾਰੇ ਲਿਖਿਆ ਹੈ, ਹਉ ਭਾਲੀ ਵਿਕੁੰਨੀ ਹੋਏ ਅੰਧੇਰੇ ਰਾਹੋ ਨ ਕੋਏ। ਸਭੋ ਪਾਸੇ ਹਨੇਰਾ ਹੀ ਛਾਇਆ ਸੀ। ਇਹਨਾਂ ਛਾਏ ਹਨੇਰਿਆਂ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਜਾਂਦਾ ਹੈ। ਰਾਜਨੀਤਿਕ ਹਨੇਰਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਦੀਆਂ 3 ਸਦੀਆਂ ਨੂੰ ਕਾਲੀਆਂ ਸਦੀਆਂ ਵੀ ਕਿਹਾ ਜਾਂਦਾ ਹੈ। 24 ਜੁਲਾਈ 1204 ਨੂੰ ਹਿੰਦੁਸਤਾਨ ਗੁਲਾਮਾਂ ਦਾ ਗੁਲਾਮ ਹੋ ਗਿਆ। ਵੇਖਦੇ ਹੀ ਵੇਖਦੇ ਉੱਠਦਾ ਮੁਸਲਮਾਨੀ ਰਾਜ ਇੱਕ ਵੱਡਾ ਸਾਮਰਾਜ ਬਣ ਗਿਆ। ਕਿਧਰੇ ਟਾਵੇਂ ਟਾਵੇਂ ਮੁਕਾਬਲੇ ਹੋਏ, ਪਰ ਹਿੰਦੁਸਤਾਨ ਦਾ ਘਰ ਗੋਰੀ ਨੇ ਘੱਤ ਲਿਆ ਅਤੇ ਪ੍ਰਿਥੀ ਚੰਦ ਵਰਗੇ ਰਾਜਪੂਤ ਆਗੂ ਗੌਰੀ ਨਾਲ ਹੀ ਘਰੀਂ ਰਤੇ ਰਹੇ। ਜਦ ਜਾਗ ਖੁੱਲ੍ਹੀ ਤਾਂ ਹਿੰਦੁਸਤਾਨ ਗੈਰਾਂ ਦੇ ਕਬਜ਼ੇ ਵਿੱਚ ਜਾ ਚੁੱਕਾ ਸੀ। ਕੁਤਬਦੀਨ ਐਬਕ ਪਿੱਛੋਂ ਅਲਤਮਸ਼ ਨੇ ਗੁਲਾਮ ਰਾਜ ਨੂੰ ਪੱਕਾ ਕੀਤਾ। ਅਲਾਉਦੀਨ ਖਿਲਜੀ ਨੇ ਤਾਂ ਭਰੇ ਦਰਬਾਰ ਵਿੱਚ ਹਿੰਦੂਆਂ ਦੀਆਂ ਖੱਲੜੀਆਂ ਉਤਾਰਨੀਆਂ ਆਰੰਭ ਕਰ ਦਿੱਤੀਆਂ। ਰਹਿੰਦੀ ਕਸਰ ਫਿਰੋਜ਼ ਤੁਗਲਕ ਨੇ ਜਜ਼ੀਆ ਲਗਾ ਕੇ ਪੂਰੀ ਕਰ ਦਿੱਤੀ।
ਫਿਰੋਜ਼ ਨੇ ਜਜ਼ੀਆ ਤੇ ਹੀ ਬਸ ਨਾ ਕੀਤਾ, ਸਗੋਂ ਹਿੰਦੂ ਪਰਜਾ ਤੇ ਯਾਤਰੂ ਟੈਕਸ ਦੇ ਨਾਲ ਦੇਵੀ ਦੇਵਤਿਆਂ ਉੱਤੇ ਟੈਕਸ ਲਗਾ ਦਿੱਤੇ। ਜਿਹੜੀ ਰਤਾ ਕੁ ਅਣਖ ਰਹਿ ਗਈ ਸੀ ਉਸ ਦਾ ਖਾਤਮਾ ਤੈਮੂਰ ਦੇ ਹਮਲੇ ਨੇ ਕਰ ਦਿੱਤਾ। ਇੱਕ ਇਸ਼ਾਰੇ ਨਾਲ 1 ਲੱਖ ਕੈਦੀ ਉਸ ਨੇ ਕਤਲ ਕੀਤੇ। ਲੋਧੀ ਖਾਨਦਾਨ ਦੇ ਬਹਿਲੋਲ ਖਾਨ ਨੇ ਸੈਯਦਾਂ ਨੂੰ ਹਾਰ ਦੇ ਕੇ ਦਿੱਲੀ ਤੇ ਕਬਜ਼ਾ ਕਰ ਲਿਆ। 1468 ਈਸਵੀ ਵਿੱਚ ਬਹਿਲੋਲ ਦੀ ਮ੍ਰਿਤੂ ਹੋਈ ਅਤੇ ਉਸ ਦੇ ਪੁੱਤਰ ਨਿਜ਼ਾਮ ਖਾਂ ਨੇ ਸਿਕੰਦਰ ਲੋਧੀ ਦਾ ਨਾਮ ਧਰ ਕੇ 1517 ਈਸਵੀ ਤੱਕ ਰਾਜ ਕੀਤਾ। ਸਿਕੰਦਰ ਲੋਧੀ ਨੇ ਆਪਣਾ ਨਾਮ ਬੁੱਤ ਸ਼ਿਕਨ ਰੱਖ ਕੇ ਮੰਦਰ ਦੂਰੇ ਢਾਉਣੇ ਆਰੰਭ ਕਰ ਦਿੱਤੇ। ਜਿੰਨੇ ਮੰਦਰ ਉਸ ਗਿਰਾਏ ਉਸ ਦਾ ਹਿਸਾਬ ਇਤਿਹਾਸ ਵੀ ਨਹੀਂ ਰੱਖ ਸਕਿਆ। ਪੰਜਾਬ ਦੀ ਦਸ਼ਾ। ਸਿਕੰਦਰ ਲੋਧੀ ਨੇ ਪੰਜਾਬ ਵਿੱਚ ਦੌਲਤ ਖਾਂ ਨੂੰ ਸੁਲਤਾਨਪੁਰ ਦਾ ਨਵਾਬ ਬਣਾ ਕੇ ਭੇਜਿਆ। ਸਿਕੰਦਰ ਦੀ ਜ਼ਿੰਦਗੀ ਵਿੱਚ ਤਾਂ ਉਹ ਵਫਾਦਾਰ ਰਿਹਾ, ਪਰ ਜਦ ਇਬਰਾਹਿਮ ਹਿੰਦੁਸਤਾਨ ਦੇ ਤਖਤ ਉੱਤੇ ਬੈਠਾ ਤਾਂ ਦੌਲਤ ਖਾਂ ਲੋਧੀ ਨੇ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਆਲਮ ਖਾਂ ਲੋਧੀ ਨਾਲ ਮਿਲ ਕੇ ਬਾਬਰ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਸੱਦਾ ਭੇਜਿਆ। ਉਸ ਦਾ ਖਿਆਲ ਸੀ ਕਿ ਬਾਬਰ ਨਾਲ ਮਿਲ ਕੇ ਇਬਰਾਹਿਮ ਨੂੰ ਹਾਰ ਦੇਣੀ ਆਸਾਨ ਹੋ ਜਾਵੇਗੀ। ਲੁੱਟ ਦਾ ਮਾਲ ਲੈ ਕੇ ਬਾਬਰ ਵਾਪਸ ਚਲਾ ਜਾਏਗਾ ਅਤੇ ਤਖਤ ਉਸ ਨੂੰ ਮਿਲ ਜਾਏਗਾ। ਉਸ ਦਾ ਸਾਰਾ ਅੰਦਾਜ਼ਾ ਹੀ ਗਲਤ ਨਿਕਲਿਆ ਅਤੇ ਲੋਧੀ ਰਾਜ ਸਾਰੇ ਹਿੰਦੁਸਤਾਨ ਵਿੱਚੋਂ ਹਮੇਸ਼ਾ ਲਈ ਹੀ ਖਤਮ ਹੋ ਗਿਆ। ਪੰਜਾਬ ਦੀ ਲੜਾਈ ਤਿੰਨਾਂ ਵਿਚਕਾਰ ਸੀ ਅਤੇ ਦੌਲਤ ਖਾਂ ਇਸ ਤੋਂ ਅਣਜਾਣ ਰਿਹਾ। ਉਸ ਤਿਕੋਣੀ ਲੜਾਈ ਵਿੱਚ ਅਖੀਰ ਜਿੱਤ ਮੁਗਲਾਂ ਦੀ ਹੋਈ। ਪੰਜਾਬ ਵਿੱਚ ਸਦਾ ਇਵੇਂ ਹੀ ਹੁੰਦਾ ਰਿਹਾ ਹੈ। ਬਾਅਦ ਵਿੱਚ ਵੀ ਲੜਾਈ ਤਿਕੋਣੀ ਹੀ ਰਹੀ। ਜੇ ਸਨ 1526 ਵਿੱਚ ਲੜਨ ਵਾਲੇ ਮੁਗਲ ਲੋਧੀ ਅਤੇ ਪਠਾਨ ਸਨ ਤਾਂ ਸੰਨ 1716 ਤੋਂ ਪਿੱਛੋਂ ਮੁਗਲ ਸਿੱਖ ਅਤੇ ਪਠਾਨ ਹੋ ਗਏ। ਰਾਜਸੀ ਦਸ਼ਾ। ਉਸ ਵੇਲੇ ਦੀ ਰਾਜਸੀ ਦਸ਼ਾ ਨੂੰ ਆਪੂ ਗੁਰੂ ਨਾਨਕ ਦੇਵ ਜੀ ਨੇ ਕਈ ਸਮਕਾਲੀ ਇਤਿਹਾਸਕਾਰਾਂ ਨੇ ਕਾਫੀ ਦਰਦ ਭਰੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਡਾਕਟਰ ਲਤੀਫ ਕਹਿੰਦਾ ਹੈ, ਉਸ ਵੇਲੇ ਛਲ, ਫਰੇਬ, ਠੱਗੀ ਠੋਰੀ ਅਤੇ ਚਲਾਕੀ ਦਾ ਹੀ ਸਾਰੇ ਹਿੰਦੁਸਤਾਨ ਵਿੱਚ ਬੋਲਬਾਲਾ ਸੀ। ਹਿੰਦੁਸਤਾਨ ਦੀ ਹਰ ਨੁਕਰੇ ਬੇਚੈਨੀ ਅਤੇ ਘਬਰਾਹਟ ਸੀ। ਸਾਰੇ ਹਿੰਦੁਸਤਾਨ ਵਿੱਚ ਕੇਵਲ ਪਾਪ, ਜ਼ੁਲਮ, ਐਸ਼ ਇਸ਼ਰਤ ਤੋਂ ਸਿਵਾ ਕੁਝ ਹੋਰ ਦਿਖਾਈ ਨਹੀਂ ਦਿੰਦਾ ਸੀ। ਗੁਰੂ ਨਾਨਕ ਸਾਹਿਬ ਨੇ ਇਸ ਦਿਸ਼ਾ ਨੂੰ ਇਹਨਾਂ ਸ਼ਬਦਾਂ ਵਿੱਚ ਦਰਸਾਇਆ ਹੈ, ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਉਸ ਵੇਲੇ ਦਾ ਸਮਾਂ ਕਾਲੀ ਰਾਤ ਵਾਂਗੂ ਸੀ। ਹੱਥ ਵਿੱਚ ਸ਼ੁਰੂ ਲਈ ਰਾਜੇ ਕਸਾਈ ਬਣੇ ਹੋਏ ਸਨ। ਧਰਮ ਜਿਸ ਦਾ ਮੁੱਖ ਅੰਸ਼ ਫਰਜ਼ ਸੀ, ਬਿਲਕੁਲ ਹੀ ਉੱਡ ਗਿਆ ਸੀ। ਕਸਾਈਆਂ ਜਰਵਾਣਿਆਂ ਦੀਆਂ ਬਛਾੜਾਂ ਗਰੀਬਾਂ ਦੇ ਖੂਨ ਨਾਲ ਲਿਬੜੀਆਂ ਹੋਈਆਂ ਸਨ। ਰਾਜਿਆਂ ਦੇ ਫਰਮਾਨ ਸ਼ਾਹੀ ਛੁਰੀ ਉੱਤੇ ਇਨਸਾਨਾਂ ਦੇ ਖੂਨ ਦੀ ਸਿਕਰੀ ਜੰਮੀ ਹੋਈ ਸੀ। ਇਨਸਾਨੀਅਤ ਦੇ ਰਾਖੇ ਰਾਜੇ ਸ਼ਿਕਾਰੀ ਦੀ ਤਰ੍ਹਾਂ ਹਰ ਵੇਲੇ ਤਾਕ ਵਿੱਚ ਬੈਠੇ ਸਨ। ਮੀਰ ਅਹਲੰਕਾਰ ਕੁੱਤਿਆਂ ਵਾਲਾ ਕੰਮ ਕਰਦੇ ਸਨ। ਨੌਕਰ ਚਾਕਰ ਉਸ ਰਾਜੇ ਸ਼ੇਰ ਦੀਆਂ ਨੌਂਦਰਾਂ ਸਨ, ਜਿਨ੍ਹਾਂ ਨੇ ਜਨਤਾ ਦੇ ਕਲੇਜੇ ਘਾਓ ਕਰਕੇ ਸਦਾ ਮੂੰਹ ਖੂਨ ਨਾਲ ਭਰੇ ਰਹਿਣਾ ਇੱਕ ਸੁਭਾਵਿਕ ਕਰਮ ਸਮਝਿਆ ਹੋਇਆ ਸੀ। ਭੋਲੇ ਭਾਲੇ ਲੋਕਾਂ ਨੂੰ ਜੋ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਸਨ, ਉਹਨਾਂ ਨੂੰ ਠੁੱਡਿਆਂ ਨਾਲ ਜਾ ਜਗਾਉਂਦੇ ਸਨ। ਰਾਜੇ ਸ਼ੇਰ ਤਾਂ ਮਾਸ ਦੀਆਂ ਬੋਟੀਆਂ ਹੀ ਖਾਂਦੇ ਸਨ, ਪਰ ਅਹਲੰਕਾਰ ਗਰੀਬਾਂ ਦੀ ਮਿੱਝ ਰੱਤ ਚੱਟਣੋਂ ਵੀ ਸੰਕੋਚ ਨਹੀਂ ਸਨ ਕਰਦੇ। ਰਾਜੇ ਸੀ ਮੁਕਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿੰਦਾ ਪਾਇਨ ਘਾਓ, ਰਤ ਪਿੱਤ ਕੁਤੀਹੋ ਚਟ ਜਾਓ। ਰਿਸ਼ਵਤ ਜ਼ੋਰਾਂ ਉੱਤੇ ਸੀ ਅਤੇ ਹਰ ਕੋਈ ਵੱਡੀ ਦੇ ਕੇ ਕੰਮ ਕਰਵਾ ਲੈਂਦਾ ਸੀ। ਨਕੀ ਵੱਡੀ ਲਾਇਤਬਾਰ। ਰਾਜੇ ਐਸ਼ ਇਸ਼ਰਤ ਵਿੱਚ ਪਏ ਰਹਿਣਾ ਹੀ ਆਪਣਾ ਕਰਤੱਵ ਸਮਝਦੇ ਸਨ। ਜਨਤਾ ਦੀ ਸਾਰ ਬਿਲਕੁਲ ਹੀ ਨਹੀਂ ਸਨ ਲੈਂਦੇ। ਸਾਹਾਂ ਸੁਰਤ ਗਵਾਈਆਂ, ਰੰਗ ਤਮਾਸ਼ੇ ਚਾਏ। ਇਸ ਐਸ਼ ਦਾ ਸਿੱਟਾ ਉਸ ਸਮੇਂ ਨਿਕਲਿਆ ਜਦ ਬਾਬਰ ਦਾ ਹਮਲਾ ਹੋਇਆ। ਉਸ ਵੇਲੇ ਹੋਰ ਪਰਜਾ ਤਾਂ ਕਿਤੇ ਰਹੀ। ਕਿਸੇ ਪਠਾਨ ਸ਼ਹਿਜ਼ਾਦੇ ਨੂੰ ਵੀ ਕਿਤੋਂ ਮੰਗ ਪਿੰਨ ਰੋਟੀ ਦਾ ਟੁੱਕਰ ਨਾ ਮਿਲਿਆ। ਐਸਾ ਹੀ ਹੁੰਦਾ ਹੈ ਜਦ ਗੁਰੂ ਨਾਨਕ ਸਾਹਿਬ ਆਖਦੇ ਹਨ, ਜਦ ਪਹਿਲੀ ਤਿਆਰੀ ਨਾ ਹੋਵੇ
ਤਾਂ ਮੌਕਾ ਨਾ ਸੰਭਾਲਿਆ ਜਾਏ। ਅੱਗੋਂ ਦੇ ਜੇ ਚੀਤਿਐ ਤਾਂ ਕਾਇਤ ਮਿਲੇ ਸਜਾਏ। ਸਾਹਾਂ ਸੁਰਤ ਗਵਾਈਆਂ ਰੰਗ ਤਮਾਸੇ ਚਾਏ। ਬਾਬਰ ਵਾਣੀ ਫਿਰ ਗਈ ਕਾਇਰ ਨਾ ਰੋਟੀ ਖਾਏ। ਇਸ ਉੱਤੇ ਹੋਰ ਮਾੜਾ ਇਹ ਕਿ ਹਕੂਮਤ ਨੇ ਜੰਗੀ ਸਮਾਨ ਦਾ ਸਹਾਰਾ ਲੈਣ ਦੀ ਬਜਾਏ ਤਵੀਤਾਂ, ਤੰਤਰਾਂ, ਮੰਤਰਾਂ ਅਤੇ ਫੋਕੀਆਂ ਗੱਲਾਂ ਦਾ ਸਹਾਰਾ ਲੈਣਾ ਮੁਨਾਸਿਬ ਸਮਝਿਆ ਸੀ। ਹਕੂਮਤ ਦੀ ਵਾਂਗ ਡੋਰ ਜੋਤਸ਼ੀਆਂ ਅਤੇ ਪੀਰਾਂ ਦੇ ਹੱਥ ਵਿੱਚ ਆ ਗਈ ਸੀ। ਹਥਿਆਰਾਂ ਦੀ ਦੌੜ ਵਿੱਚ ਪਿੱਛੇ ਰਹਿ ਜਾਣ ਕਾਰਨ ਅਤੇ ਸਮੇਂ ਅਨੁਕੂਲ ਜੰਗੀ ਨੀਤੀ ਨਾ ਅਪਣਾਉਣ ਕਾਰਨ ਹਾਕਮ ਤਕੜੀ ਮਾਰ ਖਾ ਗਏ। ਹਿੰਦੁਸਤਾਨ ਹੀ ਗਵਾ ਬੈਠੇ, ਉਹ ਹੀ ਪੁਰਾਤਨ ਹਾਥੀਆਂ ਦੀ ਜੰਗ। ਤੀਰ ਕਮਾਨਾਂ ਦਾ ਸਹਾਰਾ ਜਦ ਸਾਹਮਣਿਓਂ ਬਾਬਰ ਦੇ ਤੇਜ਼ ਘੋੜਿਆਂ, ਤੋਪਾਂ ਅਤੇ ਬੰਦੂਕਾਂ ਵਿੱਚੋਂ ਬਰੂਦ ਦੇ ਗੋਲੇ ਨਿਕਲੇ ਤਾਂ ਅਫਗਾਨਾਂ ਤੇ ਪਿੱਛੋਂ ਰਾਜਪੂਤਾਂ ਨੂੰ ਭੱਜਦਿਆਂ ਵਾਰ ਵੀ ਨਾ ਮਿਲੀ। ਹਿੰਦੂ ਇਤਨਾ ਅਧੀਨ ਹੋ ਗਿਆ ਸੀ ਕਿ ਉਸ ਨੇ ਪੂਰਨ ਗੁਲਾਮੀ ਧਾਰ ਲਈ ਸੀ। ਤੁਲਸੀ ਵਰਗੇ ਵਿਦਵਾਨ ਇਹ ਉਪਦੇਸ਼ ਦੇ ਰਹੇ ਸਨ, ਕਉ ਨਿਰਪ ਹੋਏ ਹਮ ਹੀ ਕਹਾਣੀ, ਭਾਵ ਕੋਈ ਰਾਜਾ ਹੋਏ ਸਾਨੂੰ ਕੀ। ਹਿੰਦੂ ਆਪਣੀ ਬੋਲੀ ਛੱਡ ਬੈਠਾ ਸੀ। ਛਤਰੀ ਜਿਨ੍ਹਾਂ ਦਾ ਕੰਮ ਧਰਮ ਰੱਖਿਆ ਸੀ ਉਹ ਵੀ ਦਿਲ ਹਾਰ ਚੁੱਕੇ ਸਨ। ਖੱਤਰੀਆਂ ਤੇ ਧਰਮ ਡੋਲਿਆ ਮਲੇਸ਼ ਭਾਖਿਆ ਗਹੀ। ਬ੍ਰਾਹਮਣ ਵੀ ਹਕੂਮਤ ਦਾ ਹੱਥ ਠੇਕਾ ਬਣੇ ਹੋਏ ਸਨ ਅਤੇ ਆਪਣੇ ਹੀ ਜਾਤ ਭਰਾਵਾਂ ਨੂੰ ਹੋਰ ਤੰਗ ਕਰ ਰਹੇ ਸਨ। ਛੁਰੀ ਵਗਾਇਣ ਤਿੰਨ ਗਲ ਤਾਗ ਅਤੇ ਛੁਰੀ ਕਾਢ ਲੇਵੇ ਹੱਥਦਾਨਾ। ਹਿੰਦੂਆਂ ਦੀਆਂ ਧਾਰਮਿਕ ਰਸਮਾਂ, ਧਾਰਮਿਕ ਚਿੰਨ੍ਹਾਂ ਉੱਤੇ ਵੀ ਕਰ ਲਗਾਏ ਜਾਂਦੇ ਸਨ। ਜਿਵੇਂ ਕੋਈ ਆਪਣੀ ਗਾਂ ਨੂੰ ਨਦੀ ਪਾਰ ਨਹੀਂ ਸੀ ਲੰਘਾ ਸਕਦਾ ਜਦ ਤੱਕ 1 ਰੁਪਇਆ ਟੈਕਸ ਨਾ ਦੇਵੇ। ਗਊ ਬ੍ਰਾਹਮਣ ਕਉ ਕਰ ਲਾਵੋ ਤੱਕ ਨੌਬਤ ਪੁੱਜ ਗਈ ਸੀ। ਜਿਨ੍ਹਾਂ ਦੇ ਜਿਵੇਂ ਇਨਸਾਫ ਦੇਣ ਦਾ ਕਾਰਜ ਸੀ ਉਹ ਤਾਂ ਸਿਰਫ ਰਿਸ਼ਵਤ ਲੈ ਕੇ ਹੀ ਆਪਣਾ ਫੈਸਲਾ ਕਰਦੇ ਸਨ। ਜੇ ਕੋਈ ਪੁੱਛਦਾ ਕਿ ਇਹ ਫੈਸਲਾ ਤੂੰ ਕਿਵੇਂ ਕੀਤਾ ਹੈ ਤਾਂ ਅੱਗੋਂ ਅਨਪੜ੍ਹ ਜਨਤਾ ਨੂੰ ਕੁਰਬਾਨ ਦੀ ਆਇਤ ਸੁਣਾ ਦਿੱਤੀ ਜਾਂਦੀ ਸੀ। ਵੱਡੀ ਲੈ ਕੇ ਹਕੂ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਚੁਗਲੀਆਂ ਕਰ ਕਰਕੇ ਲੋਕ ਆਪਣਾ ਉੱਲੂ ਸਿੱਧਾ ਕਰਦੇ ਸਨ। ਲੋਕ ਮੁਹਾਵੇ ਚਾੜੀ ਖਾਏ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿੱਚ ਸਾਰੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਇਸ ਤਰ੍ਹਾਂ ਕਹਿੰਦੇ ਹਨ ਕਿ ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਸੀ। ਪਰਜਾ ਅੰਨੀ ਸੀ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਡਿੱਗ ਕੇ ਤਬਾਹ ਹੋ ਰਹੀ ਸੀ। ਕੱਲ ਆਏ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ, ਕੁੜ ਕੁਸਤ ਮੁਖੋ ਅਲਾਈ। ਭਾਈ ਜੀ ਤਾਂ ਗੱਲ ਮੁਕਾਉਂਦੇ ਹੋਏ ਕਹਿੰਦੇ ਹਨ ਕਿ ਧਰਮ ਦੀ ਜ਼ੁਬਾਨ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਵਰਤਿਆ ਪਾਪ ਸਬਸ ਜਗ ਮਾਹੀ। ਸਮਾਜਿਕ ਦਸ਼ਾ। ਰਾਜਨੀਤਿਕ ਦਸ਼ਾ ਜੇ ਬਹੁਤ ਮਾੜੀ ਸੀ ਤਾਂ ਸਮਾਜਿਕ ਦਸ਼ਾ ਵੀ ਕੋਈ ਚੰਗੀ ਨਹੀਂ ਸੀ। ਸਮਾਜ ਧਰਮ ਦੇ ਆਧਾਰ ਉੱਤੇ 2 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਹਿੰਦੂ ਸਨ, ਦੂਜੇ ਮੁਸਲਮਾਨ। ਅੱਗੋਂ ਉਹਨਾਂ ਦੇ ਕਈ ਫਿਰਕੇ ਬਣੇ ਹੋਏ ਸਨ। ਮੁਸਲਮਾਨ ਹਿੰਦੂਆਂ ਨੂੰ ਦੇਖਣਾ ਤੱਕ ਗਵਾਰਾ ਨਹੀਂ ਸਨ ਕਰਦੇ। ਮੁਸਲਮਾਨ ਹਿੰਦੂਆਂ ਨੂੰ ਧਰਤੀ ਨਿਆਈ ਸਮਝਦੇ ਸਨ। ਮੁਸਲਮਾਨਾਂ ਦਾ ਆਖਣਾ ਸੀ ਕਿ ਜੇਕਰ ਹਿੰਦੂਆਂ ਕੋਲੋਂ ਚਾਂਦੀ ਮੰਗੀ ਜਾਏ ਤਾਂ ਉਹਨਾਂ ਨੂੰ ਬੜੀ ਅਧੀਨਗੀ ਨਾਲ ਸੋਨਾ ਪੇਸ਼ ਕਰਨਾ ਚਾਹੀਦਾ ਹੈ। ਜੇ ਕੋਈ ਮੋਮਨ ਹਿੰਦੂ ਦੇ ਮੂੰਹ ਵਿੱਚ ਥੁੱਕਣਾ ਚਾਹੇ, ਹਿੰਦੂ ਨੂੰ ਆਪਣਾ ਮੂੰਹ ਅੱਡ ਦੇਣਾ ਚਾਹੀਦਾ ਹੈ ਤਾਂ ਕਿ ਥੁੱਕਣ ਵਿੱਚ ਮੁਸਲਮਾਨ ਨੂੰ ਤਕਲੀਫ ਨਾ ਹੋਵੇ। ਇਹ ਸਮਝਿਆ ਜਾਂਦਾ ਸੀ ਕਿ ਖੁਦਾ ਨੇ ਹਿੰਦੂਆਂ ਨੂੰ ਮੁਸਲਮਾਨਾਂ ਦਾ ਗੁਲਾਮ ਰਹਿਣ ਲਈ ਹੀ ਬਣਾਇਆ ਹੋਇਆ ਹੈ। ਮੁਸਲਮਾਨ ਰਾਜ ਦੇ ਨਸ਼ੇ ਵਿੱਚ ਨਾਲ ਦੀ ਕੌਮ ਨੂੰ ਤੰਗ ਕਰਦਾ ਸੀ ਅਤੇ ਹਿੰਦੂ ਤਰਸਯੋਗ ਅਤੇ ਅਣਖਹੀਣ ਜ਼ਿੰਦਗੀ ਬਤੀਤ ਕਰ ਰਿਹਾ ਸੀ। ਹਿੰਦੂ ਜਾਤੀ 4 ਹਿੱਸਿਆਂ ਵਿੱਚ ਵੰਡੀ ਹੋਈ ਸੀ। ਸ਼ੂਦਰ ਦੀ ਦਸ਼ਾ ਅਤੀ ਮਾੜੀ ਹੋ ਗਈ ਸੀ। ਭਗਤ ਨਾਮਦੇਵ ਜੀ ਜਿਹੇ ਭਗਤ ਹੂਕ ਕੱਢਦੇ ਹੋਏ ਆਖ ਰਹੇ ਸਨ, ਜਦ ਮੈਂ ਮੰਦਰ ਜਾਂਦਾ ਹਾਂ, ਇਹ ਪੰਡੀਆਂ ਮੌਕੋਂ ਟੇੜ ਕਹਿਤ ਹੈ, ਸ਼ੂਦ ਸ਼ੂਦ ਕਰ ਮਾਰ ਉਠਾਇਓ। ਮੰਦਰ ਵਿੱਚੋਂ ਸ਼ੂਦਰ ਸ਼ੂਦਰ ਆਖ ਕੇ ਮਾਰ ਕੱਢਦਾ ਹੈ।
ਕੋਈ ਕੁੱਤਾ ਤਾਂ ਖੂਹ ਉੱਤੇ ਚੜ੍ਹ ਕੇ ਪਾਣੀ ਪੀ ਸਕਦਾ ਸੀ, ਪਰ ਸ਼ੂਦਰ ਖੂਹ ਉੱਤੇ ਜਾ ਕੇ ਨਹਾ ਵੀ ਨਹੀਂ ਸੀ ਸਕਦਾ। ਉਸ ਵਿਚਾਰੇ ਨੂੰ ਹਨੇਰੀਆਂ ਰਾਤਾਂ ਵਿੱਚ ਟੱਲ ਪਾ ਕੇ ਲੰਘਣਾ ਪੈਂਦਾ ਸੀ, ਮਤੇ ਹਨੇਰੀ ਰਾਤ ਵਿੱਚ ਉਸ ਦਾ ਪਰਛਾਵਾਂ ਉੱਚੀ ਜਾਤ ਵਾਲੇ ਉੱਤੇ ਨਾ ਪੈ ਜਾਏ। ਉੱਧਰ ਹਿੰਦੂਆਂ ਦੀ ਅਧੀਨਗੀ ਇਤਨੀ ਵਧੀ ਹੋਈ ਸੀ ਕਿ ਰਾਜਿਆਂ ਦਾ ਹੱਥ ਠੇਕਾ ਬਣ ਕੇ ਉਹ ਭਰਾਵਾਂ ਉੱਤੇ ਛੁਰੀ ਚਲਾਈ ਜਾ ਰਹੇ ਸਨ। ਕਹਿੰਦੇ ਹਨ ਕਿ ਕਿਸੇ ਕੌਮ ਦੀ ਸਭਿਅਤਾ ਇਸ ਗੱਲ ਨਾਲ ਨਾਪੀ ਜਾ ਸਕਦੀ ਹੈ ਕਿ ਉਹ ਇਸਤਰੀ ਨੂੰ ਕੀ ਸਥਾਨ ਦਿੰਦੇ ਹਨ। ਹਿੰਦੂ ਇਸਤਰੀ ਨੂੰ ਪੈਰ ਦੀ ਜੁੱਤੀ, ਘਰ ਦੀ ਚਾਕਰ, ਅੱਧਾ ਜ਼ਹਿਰ ਅੱਧਾ ਅੰਮ੍ਰਿਤ, ਕੁਦਰਤ ਦੀ ਇੱਕ ਮਜ਼ੇਦਾਰ ਗਲਤੀ, ਜਿੱਥੇ ਰੱਬ ਫੇਲ ਹੋ ਗਿਆ ਉੱਥੇ ਉਸਨੇ ਇਸਤਰੀ ਬਣਾ ਦਿੱਤੀ। ਇਸਤਰੀ ਵਿੱਚ ਆਤਮਾ ਹੀ ਨਹੀਂ ਹੁੰਦੀ। ਇਸਤਰੀ ਆਪਣੇ ਇਸਤਰੀ ਜਾਮੇ ਬਾਅਦ ਮਰਦ ਜਾਮੇ ਵਿੱਚ ਆਉਂਦੀ ਹੈ ਤਾਂ ਮੁਕਤੀ ਪਾ ਲੈਂਦੀ ਹੈ। ਔਰਤ ਦੀ ਮੱਤ ਖੁਰੀ ਪਿੱਛੇ ਅਤੇ ਹੋਰ ਬੇਥਵੀਆਂ ਗੱਲਾਂ ਨਾਲ ਇਹਨਾਂ ਨੂੰ ਪੁਕਾਰਿਆ ਜਾਂਦਾ ਸੀ। ਆਮ ਲੋਕਾਂ ਦੀ ਗੱਲ ਇੱਕ ਪਾਸੇ, ਵਿਦਵਾਨ ਅਤੇ ਤੁਲਸੀਦਾਸ ਵਰਗੇ ਮਹਾਕਵੀ ਵੀ ਕੋਈ ਸ਼ੁਭ ਵਿਚਾਰ ਨਹੀਂ ਸਨ ਰੱਖਦੇ। ਜੇ ਵਿਦਵਾਨ ਇਸਤਰੀ ਬਾਰੇ ਇੰਨੀ ਨੀਵੀਂ ਵਿਚਾਰ ਰੱਖ ਸਕਦਾ ਸੀ ਤਾਂ ਜਨਤਾ ਦਾ ਮਾੜੇ ਖਿਆਲ ਰੱਖਣਾ ਅਤੇ ਇਸ ਨੂੰ ਦਾਸੀ ਅਤੇ ਜੁੱਤੀ ਤੋਂ ਵੱਧ ਕੁਝ ਨਾ ਸਮਝਣਾ ਸੁਭਾਵਿਕ ਕਿਹਾ ਜਾ ਸਕਦਾ ਸੀ। ਤੁਲਸੀਦਾਸ ਲਿਖ ਰਹੇ ਸਨ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਯਾਹੀ ਪਾਚੋ ਤਾੜਨ ਕੇ ਅਧਿਕਾਰੀ। ਪੀਲੂ ਜਿਹੇ ਭਗਤ ਪ੍ਰਚਾਰ ਕਰ ਰਹੇ ਸਨ, ਭੱਠ ਰੰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮੱਤ। ਘਰੋਗੀ ਜੀਵਨ ਵੀ ਕੋਈ ਸੁਖਾਵਾਂ ਨਹੀਂ ਸੀ ਰਿਹਾ। ਇਸਤਰੀ ਵੀ ਐਸੇ ਵਾਤਾਵਰਨ ਵਿੱਚੋਂ ਆਪਣੇ ਮੌਲਿਕ ਗੁਣ, ਹਲੀਮੀ, ਸਾਦਗੀ, ਪਵਿੱਤਰਤਾ ਛੱਡੀ ਬੈਠੀ ਸੀ। ਇਸਤਰੀ ਪੁਰਖੇ ਦਾਮ ਹਿਤ, ਭਾਵੇਂ ਆਏ ਕਿਥਾਓ ਜਾਈ। ਚੰਗੀ ਸਲਾਹ ਦੀ ਥਾਂ ਔਰਤ ਮਾੜੀ ਸਲਾਹ ਦਿੰਦੀ ਸੀ, ਜਿਸ ਦਾ ਸਿੱਟਾ ਪੁਰਖ ਕਸਾਈ ਹੋ ਰਹੇ ਸਨ ਅਤੇ ਵੱਡੂ ਕਰਦੇ ਫਿਰਦੇ ਸਨ। ਮਿੱਠਾ ਸੁਭਾਅ, ਜੁਗਤ ਵਿੱਚ ਰਹਿਣਾ, ਦਿਲ ਦੀ ਸਫਾਈ, ਇਹ ਸਭ ਗੱਲਾਂ ਜਿਨ੍ਹਾਂ ਦੇ ਸਹਾਰੇ ਜੀਵਨ ਟੁਰਦਾ ਹੈ, ਦੂਰ ਹੋ ਗਏ ਸਨ। ਵੱਡੀ ਠੱਗੀ, ਹਰਾਮ ਮਾਲ ਲੋਕਾਂ ਦਾ ਮਨ ਭਾਉਂਦਾ ਖਾਜਾ ਹੋ ਗਿਆ ਸੀ। ਸ਼ਰਮ ਅਤੇ ਹਯਾ ਅਣਖ ਨਾਲ ਹੀ ਆਪਣੇ ਵਤਨ ਟੁਰ ਗਈ ਸੀ, ਅਲੋਪ ਹੋ ਗਈ ਸੀ। ਸਮਾਜ ਵਿੱਚ ਕਿਧਰੇ ਸ਼ਰਮ ਹਯਾ ਦਿਸਦੀ ਹੀ ਨਹੀਂ ਸੀ। ਗੁਰੂ ਨਾਨਕ ਜੀ ਦਾ ਫਰਮਾਨ ਹੈ, ਰੰਨਾਂ ਹੋਈਆਂ ਬੋਥੀਆਂ, ਪੁਰਸ਼ ਹੋਏ ਸਯਾਦ। ਸੀਲ ਸੰਜਮ ਸੱਚ ਭੰਨੀ, ਖਾਣਾ ਖਾਜ ਆਹਾਜ। ਸੁਰਮ ਗਾਇਆ ਘਰ ਆਪਣੇ, ਪਤ ਉੱਠੀ ਚਲ ਨਾਲ। ਧਾਰਮਿਕ ਦਸ਼ਾ। ਮੁਸਲਮਾਨ ਹੰਕਾਰੇ ਹੋਏ ਸਨ ਅਤੇ ਹਿੰਦੂ ਬਿਲਕੁਲ ਹੀ ਨਿੱਗਰ ਗਏ ਸਨ। ਦੋਵੇਂ ਆਪਸ ਵਿੱਚ ਖਹਿ ਖਹਿ ਕਰ ਰਹੇ ਸਨ। ਇੱਕ ਦੂਜੇ ਨੂੰ ਕਾਫਰ ਅਤੇ ਦੂਜਾ ਪਹਿਲੇ ਨੂੰ ਮਲੇਸ਼ ਕਹਿੰਦਾ ਸੀ। ਹਿੰਦੂ 4 ਜਾਤੀਆਂ ਵਿੱਚ ਵੰਡੇ ਹੋਏ ਸਨ। ਹਿੰਦੂ ਆਪਣੀ ਰਹੁ ਰੀਤੀ ਚੰਗੀ ਕਹਿੰਦਾ ਸੀ ਅਤੇ ਮੁਸਲਮਾਨ ਆਪਣੀ ਸ਼ਰ੍ਹਾ ਨੂੰ। ਹਿੰਦੁਸਤਾਨ ਆਪਣੀ ਬਨਾਰਸ ਨੂੰ ਪਾਵਨ ਅਤੇ ਮੁਸਲਮਾਨ ਮੱਕੇ ਨੂੰ ਖੁਦਾ ਦਾ ਘਰ। ਮੁਸਲਮਾਨ ਸੁੰਨਤ ਤੇ ਜ਼ੋਰ ਦਿੰਦਾ ਸੀ ਅਤੇ ਹਿੰਦੂ ਤਿਲਕ ਜੰਝੂ ਤੇ। ਪਰ ਗੱਲ ਅਜੀਬ ਇਹ ਸੀ ਕਿ ਦੋਵੇਂ ਰਾਹ ਭੁੱਲ ਗਏ ਸਨ ਅਤੇ ਟੱਕਰਾਂ ਮਾਰ ਰਹੇ ਸਨ। ਭਾਈ ਗੁਰਦਾਸ ਜੀ ਨੇ ਧਾਰਮਿਕ ਦਸ਼ਾ ਨੂੰ ਇਸ ਤਰ੍ਹਾਂ ਅਲੰਕਿਤ ਕੀਤਾ ਹੈ, 4 ਵਰਨ 4 ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ। ਖੁਦੀ ਬਲੀਖੀ ਤਕਬਰੀ, ਖਿੱਚੋ ਤਾਣ ਕਰੇਨ ਧਿਆਨੇ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ। ਸੁੰਨਤ ਮੁਸਲਮਾਨ ਦੀ, ਤਿਲਕ ਜੰਝੂ ਹਿੰਦੂ ਲੁਭਾਣੇ। ਰਾਮ ਰਹੀਮ ਕਹਾਇੰਦੇ, ਇੱਕ ਨਾਮ ਦੋਹਰਾ ਭੁਲਾਣੇ। ਬੇਦ ਕਤੇਬ ਭੁਲਾਏ ਕੇ, ਮੋਹ ਲਾਲਚ ਦੁਨੀ ਸ਼ੈਤਾਨੇ। ਸੱਚ ਕਿਨਾਰੇ ਰਹਿ ਗਿਆ, ਖਾਹੇ ਮਰਦੇ ਬ੍ਰਾਹਮਣ ਮੁਲਾਣੇ। ਸਿਰੋਂ ਨਾ ਮਿਟੇ ਆਵਣ ਜਾਣੇ। ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੀ ਧਾਰਮਿਕ ਦਸ਼ਾ ਦਾ ਵਰਣਨ ਬਹੁਤ ਸੁੰਦਰ ਸ਼ਬਦਾਂ ਵਿੱਚ ਕੀਤਾ ਹੈ। ਉਹ ਫਰਮਾਉਂਦੇ ਹਨ, ਧਰਮ 3 ਲੋਕਾਂ ਦੇ ਹੱਥ ਸੀ, ਇੱਕ ਕਾਜੀ, ਦੂਜੇ ਬ੍ਰਾਹਮਣ, ਤੀਜੇ ਜੋਗੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਤਿੰਨੇ ਹੀ ਆਪਣੇ ਧਰਮ ਨੂੰ ਛੱਡ ਚੁੱਕੇ ਸਨ ਅਤੇ ਧਰਮ ਦੀ ਅਧੋਗਤੀ ਦਾ ਕਾਰਨ ਬਣ ਰਹੇ ਸਨ।
ਮਹਾਰਾਜ ਦੇ ਸ਼ਬਦਾਂ ਵਿੱਚ ਬਾਦਸ਼ਾਹ ਹਕੂਮਤ ਦੇ ਨਸ਼ੇ ਵਿੱਚ ਸ਼ਾਮੀ ਕਿਤਾਬਾਂ ਅਤੇ ਕੁਰਾਨ ਦਾ ਜ਼ਬਰਦਸਤੀ ਪ੍ਰਚਾਰ ਕਰ ਰਿਹਾ ਹੈ। ਪੰਡਤ ਅਤੇ ਪੰਡਤਾਂ ਦੀਆਂ ਪੁਰਾਣ ਆਦਿਕ ਧਾਰਮਿਕ ਪੁਸਤਕਾਂ ਦੀ ਥਾਂ ਥਾਂ ਬੇਇੱਜ਼ਤੀ ਹੋ ਰਹੀ ਹੈ। ਸਭ ਤੋਂ ਜ਼ੋਰ ਅਤੇ ਜ਼ਬਰ ਦੀ ਗੱਲ ਇਹ ਸੀ ਕਿ ਪਰਮਾਤਮਾ ਦਾ ਨਾਂ ਵੀ ਜਬਰੀ ਬਦਲਾ ਕੇ ਰਹਿਮਾਨ ਰੱਖ ਦਿੱਤਾ ਗਿਆ ਹੈ। ਪਰਮਾਤਮਾ ਕਹਿਣ ਵਾਲੇ ਨੂੰ ਸਖਤ ਦੰਡ ਦਿੱਤੇ ਜਾ ਰਹੇ ਹਨ। ਕਲ ਪ੍ਰਵਾਨ ਕਤੇਬ ਕੁਰਾਨ ਪੋਥੀ ਪੰਡਤ ਰਹੇ ਪੁਰਾਣ ਨਾਨਕ ਨਾਉ ਭਇਆ ਰਹਿਮਾਨ। ਦੂਜੀਆਂ ਕੌਮਾਂ ਦੇ ਧਾਰਮਿਕ ਵਿਸ਼ਵਾਸ ਜਜ਼ਬਾ ਰਹੁ ਰੀਤਾਂ ਧੱਕੇ ਨਾਲ ਜ਼ੋਰ ਨਾਲ ਧਨਾਣੇ ਨਾਲ ਦਬਾਉਣਾ ਹੀ ਵਕਤ ਦੀ ਆਵਾਜ਼ ਬਣ ਗਿਆ ਹੈ। ਹੋਵੇ ਪਰਵਾਨਾ ਕਹਿ ਧਨਾਣਾ ਕਲ ਲਖਣ ਵਿਚਾਰ। ਕਾਜੀ ਦਾ ਕੰਮ ਸੀ ਇਨਸਾਫ ਕਰੇ। ਬਾਦਸ਼ਾਹ ਜਾਂ ਹੁਕਮਰਾਨ ਨੂੰ ਕੁਰਾਨ ਦਾ ਰਸਤਾ ਦੱਸ ਕੇ ਉਸ ਨੂੰ ਸੇਧ ਦੇਵੇ ਅਤੇ ਇੱਕ ਨਮੂਨੇ ਦਾ ਇਨਸਾਨ ਬਣ ਕੇ ਸੰਸਾਰ ਵਿੱਚ ਵਿਚਰੇ। ਪਰ ਉਹ ਠੀਕ ਇਸ ਦੇ ਉਲਟ ਕਰ ਰਹੀ ਸੀ। ਵੱਡੀ ਲੈ ਕੇ ਝੂਠ ਬੋਲ ਕੇ ਫੈਸਲਾ ਸੁਣਾਉਂਦਾ ਸੀ। ਆਪਣੀ ਹੋਂਦ ਨੂੰ ਪੱਕਿਆ ਕਰਨ ਲਈ ਕੁਰਬਾਨ ਦੇ ਗਲਤ ਅਰਥ ਕਰਕੇ ਸੁਣਾਉਂਦਾ ਸੀ। ਰੱਬ ਉਲ ਆਲਮੀਨ ਨੂੰ ਪੱਛਮ ਵਿੱਚ ਲੁਕਿਆ ਬੈਠਾ ਦੱਸ ਕੇ ਲੋਕਾਂ ਨੂੰ ਭਰਮਾ ਰਿਹਾ ਸੀ। ਧਰਮ ਵਿਆਖਿਆ ਤੋਂ ਇਲਾਵਾ ਇਨਸਾਫ ਦੀ ਤਕੜੀ ਵਿੱਚ ਉਲਾਰ ਕੇ ਰੱਖ ਰਿਹਾ ਸੀ। ਗੁਰੂ ਨਾਨਕ ਜੀ ਫਰਮਾਉਂਦੇ ਹਨ, ਇਸ ਸਮੇਂ ਧੱਕੇ ਜ਼ੋਰ ਨਾਲ ਝਗੜੇ ਵਧਾਉਣ ਵਾਲਾ ਇਸਲਾਮੀ ਕਾਨੂੰਨ ਹੀ ਫੈਸਲੇ ਕਰਨ ਵਾਲਾ ਬਣਿਆ ਹੋਇਆ ਹੈ ਅਤੇ ਇਨਸਾਫ ਕਰਨ ਵਾਲਾ ਕਾਜੀ ਕਾਲਾ ਧਨ ਲੈਣ ਵਾਲਾ ਵੱਡੀ ਖੋਰ ਹੋ ਗਿਆ ਹੈ। ਜਿਸ ਦਾ ਕੰਮ ਝਗੜੇ ਨਿਬੇੜਨਾ ਹੈ ਉਹ ਹੀ ਝਗੜੇ ਪਾ ਰਿਹਾ ਹੈ। ਕਲਵਾਣੀ ਸਰਾਂ ਨਿਬੇੜੀ ਕਾਜੀ ਕ੍ਰਿਸ਼ਨਾ ਹੋਏ। ਜੇਤੂ ਹੋਣ ਦੇ ਨਾਤੇ ਗੁਆਂਢੀ ਧਰਮਾਂ ਉੱਤੇ ਅਤਿਆਚਾਰ ਕਰਨੇ ਬਾਦਸ਼ਾਹਾਂ ਦਾ ਸੁਭਾਅ ਬਣ ਗਿਆ ਸੀ। ਫਿਰੋਜ਼ ਤੁਗਲਕ ਦਾ ਭਗਤ ਨਾਮਦੇਵ ਜੀ ਨੂੰ ਹਾਥੀ ਥੱਲੇ ਲਿਤਾੜਨ ਦਾ ਹੁਕਮ, ਸਿਕੰਦਰ ਲੋਧੀ ਦਾ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਜਿਉਂਦਿਆਂ ਸੁੱਟਣ ਦੇ ਫਰਮਾਨ, ਗੁਰੂ ਨਾਨਕ ਦੇਵ ਜੀ ਨੂੰ ਵੀ ਬੰਦੀ ਬਣਾਉਣਾ ਉਸੇ ਲੜੀ ਦੀਆਂ ਹੀ ਕੜੀਆਂ ਸਨ। ਮੰਦਰ ਗਿਰਾਉਣੇ ਜ਼ਬਰ ਨਾਲ ਇਸਲਾਮ ਦੇ ਦਾਇਰੇ ਵਿੱਚ ਲਿਆਉਣਾ ਤਾਂ ਨਿੱਤ ਦੇ ਕਰਮ ਸਨ। ਸਿਕੰਦਰ ਲੋਧੀ ਤਾਂ ਆਪਣੇ ਆਪ ਨੂੰ ਕਹਿਲਾਉਂਦਾ ਹੀ ਬੁੱਤ ਸ਼ਿਕਨ ਸੀ। ਗੁਰੂ ਨਾਨਕ ਦੇਵ ਜੀ ਨੇ ਗੌੜੀ ਰਾਗ ਵਿੱਚ ਇਸ ਦਾ ਸਾਰ ਦਿੰਦੇ ਹੋਏ ਲਿਖਿਆ ਹੈ, ਕਾਦੀ ਕੂੜ ਬੋਲ ਮਲ ਖਾਏ। ਬ੍ਰਾਹਮਣਾਂ ਦਾ ਕੰਮ ਇਹ ਸੀ ਧਰਮ ਕਰਮ ਅਤੇ ਸ਼ਾਸਤਰ ਨੂੰ ਘੋਖਣ ਦੇ ਬਾਅਦ ਲੋਕਾਂ ਨੂੰ ਜੀਵਨ ਜਾਂਚ ਦੱਸੇ, ਪਰ ਉਹ ਲੋਭ ਵਸ ਅਤੇ ਫਿਰ ਡਰ ਵਸ ਹੋ ਕੇ ਧਰਮ ਭੁਲਾ ਬੈਠਾ ਸੀ। ਡਾਕਟਰ ਗੋਕਲ ਚੰਦ ਨਰੰਗ ਦੇ ਕਹਿਣ ਅਨੁਸਾਰ ਇਸ ਦਾ ਕਰਤੱਵ ਤਾਂ ਇਹ ਸੀ ਕਿ ਭੇਡਾਂ ਦੇ ਚੰਗੇ ਰਾਖੇ ਦੀ ਤਰ੍ਹਾਂ ਭੇਡਾਂ ਦੀ ਰਖਵਾਲੀ ਕਰੇ, ਆਤਮਿਕ ਭੁੱਖਾਂ ਦੂਰ ਕਰੇ। ਪਰ ਇਹ ਨਿਰਾ ਰਾਖੇ ਵਾਲਾ ਇੱਕ ਹੀ ਕਰਤੱਵ ਸਾਲ ਦੇ ਸਾਲ ਭੇਡਾਂ ਦੀ ਉੱਨ ਉਤਾਰਨ ਵਾਲਾ ਨਿਭਾ ਰਿਹਾ ਸੀ। ਜੇ ਭੁੱਖੀਆਂ ਆਤਮਾਵਾਂ ਕੁਝ ਆਤਮਿਕ ਸ਼ਾਂਤੀ ਲਈ ਮੰਗ ਕਰਦੀਆਂ ਸਨ ਤਾਂ ਇਸ ਤੋਂ ਉਹਨਾਂ ਨੂੰ ਵਾਂਝਿਆ ਹੀ ਰਹਿਣਾ ਪੈਂਦਾ ਸੀ। ਬ੍ਰਾਹਮਣ ਧਰਮ ਦੇ ਤੱਤ ਦੀ ਥਾਂ ਕਰਮ ਅਤੇ ਉਪਾਸਨਾ ਉੱਤੇ ਹੀ ਜ਼ੋਰ ਦੇ ਰਿਹਾ ਸੀ। ਗਿਆਨ ਵੱਲ ਉਸਦੀ ਰੁਚੀ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਗਿਲਾ ਵੀ ਕੀਤਾ ਹੈ, ਵੇਦਾਂ ਮੇਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜਿਉਂ ਬੇਤਾਲਿਆ। ਆਪਣੀ ਜ਼ਿੰਦਗੀ ਬੇਤਾਲ ਹੋ ਕੇ ਗੁਜ਼ਾਰ ਰਿਹਾ ਸੀ ਅਤੇ ਦੂਜਿਆਂ ਦੀ ਬਿਹਾਲ ਕਰ ਰਿਹਾ ਸੀ। ਬ੍ਰਾਹਮਣ ਸਾਰਾ ਜ਼ੋਰ ਹੀ ਖਟ ਦਰਸ਼ਨ ਉੱਤੇ ਦਿੰਦਾ ਸੀ। ਖਟ ਦਰਸ਼ਨ ਵਰਤੇ ਵਰਤਾਰਾ। ਬ੍ਰਾਹਮਣ ਨੇ ਧਰਮ ਦ੍ਰਿੜ ਕਰਾਉਣ ਦੀ ਥਾਂ ਮਨੁੱਖਾਂ ਨੂੰ ਸੰਧਿਆ, ਪੂਜਾ ਅਤੇ ਮਹਾਯਗਨਾਂ ਦੇ ਚੱਕਰਾਂ ਵਿੱਚ ਪਾ ਦਿੱਤਾ ਸੀ। ਇਸ ਤਰ੍ਹਾਂ ਜੀਵ ਇੱਕ ਦੀ ਪੂਜਾ ਛੱਡ 9 ਗ੍ਰਹਿ 10 ਦੀਪਕਾਲ ਸੂਰਜ ਗਣੇਸ਼ ਵਿਸ਼ਨੂੰ ਸ਼ਿਵ ਅਤੇ ਸ਼ਕਤੀ ਦੀ ਪੂਜਾ ਵਿੱਚ ਜੁਟ ਗਿਆ ਸੀ। ਇਸੇ ਕਾਰਨ ਹੀ ਇਸ਼ਟ ਵੰਡੀਆਂ ਪੈ ਗਈਆਂ ਸਨ ਅਤੇ ਪ੍ਰਭੂ ਭਗਤੀ ਦੀ ਥਾਂ ਅਵਤਾਰ ਪੂਜਾ ਨੇ ਲੈ ਲਈ ਸੀ। ਫਿਰ 5 ਯੱਗ ਕਰਨੇ ਅਤੇ ਕਰਾਉਣੇ ਜ਼ਰੂਰੀ ਬਣਾ ਦਿੱਤੇ ਗਏ ਸਨ। ਬ੍ਰਹਮ ਯੱਗ, ਪਿਤਰੀ ਯੱਗ, ਦੇਵ ਯੱਗ, ਭੂਤ ਯੱਗ ਅਤੇ
ਅਤਿਥੀ ਯੱਗ ਤੋਂ ਬਗੈਰ ਜੀਵਨ ਅਧੂਰਾ ਅਤੇ ਵਿਅਰਥ ਗਿਣਿਆ ਜਾਂਦਾ ਸੀ। ਇਹਨਾਂ ਨਿੱਤ ਕਰਮਾਂ ਤੋਂ ਇਲਾਵਾ ਵੱਖ-ਵੱਖ ਸਮੇਂ ਜੀਵ ਨੂੰ ਨਿਮਿਤਕ ਕਰਮ ਕਰਨ ਦਾ ਹੁਕਮ ਸੀ। ਇਹ ਕਰਮ ਇਸ ਕੋਲੋਂ ਸੰਸਾਰਿਕ ਸ਼ਾਂਤੀ, ਵਰਤ ਅਤੇ ਪ੍ਰਾਸ਼ਚਿਤ ਕਰਨ ਦੀ ਮੰਗ ਕਰਦੇ ਸਨ। ਤਕਰੀਬਨ 40 ਕਿਸਮ ਦੇ ਸੰਸਕਰਨ ਸਨ ਜੋ ਇਸ ਭੋਲੇ ਭਾਲੇ ਜੀਵ ਨੂੰ ਕਰਨੇ ਪੈਂਦੇ ਸਨ। ਗਰਭਦਾਨ, ਜਾਤ, ਨਾਮਭੇਦ, ਅਪਰਸਨ, ਕਰਨਛੇਦ, ਉਪਨੈਨ, ਵਿਆਹ ਅਤੇ ਸਰਾਧ ਉਹਨਾਂ ਵਿੱਚੋਂ ਕੁਝ ਬਹੁਤ ਜ਼ਰੂਰੀ ਸਨ। ਜਾਤੀ ਲਈ ਜੀਵ ਨੂੰ 9 ਗ੍ਰਹਿਆਂ ਅਤੇ ਗਣੇਸ਼ ਦੀ ਪੂਜਾ ਲਾਜ਼ਮੀ ਸੀ। ਇਸ ਉਪਰੰਤ 15 ਵਰਤਾਂ ਦਾ ਭਾਰ ਇਸ ਗਰੀਬ ਜੀਵ ਨੂੰ ਚੁਕਾਇਆ ਹੋਇਆ ਸੀ। ਰਾਮਾਇਣ, ਮਹਾਭਾਰਤ ਅਤੇ ਪੁਰਾਣਾਂ ਦਾ ਪਾਠ ਕਰਾਉਣਾ ਜ਼ਰੂਰੀ ਬਣਾ ਦਿੱਤਾ ਗਿਆ ਸੀ। ਬਿਲਕੁਲ ਨਹੀਂ ਸੀ ਜਾਣਦਾ ਪੜ੍ਹਨ ਵਾਲਾ ਕਿ ਉਹ ਕੀ ਪੜ੍ਹ ਰਿਹਾ ਹੈ। ਸ਼ਾਸਤਰ, ਵੇਦ, ਪੁਰਾਣ ਪੜ੍ਹਨਤਾ, ਪੁਕਾਰਨਤਾ, ਅਜਾਨਨਤਾ। ਪ੍ਰਾਸ਼ਚਿਤ ਲਈ ਕਈ ਕਰਮ ਕਰਨੇ ਜ਼ਰੂਰੀ ਸਨ। ਅਧਿਐਨ ਭਾਵ ਵੈਦ ਪੜ੍ਹਨੇ, ਅਧਿਆਪਨ ਭਾਵ ਵੇਦ ਪੜ੍ਹਾਉਣੇ, ਯੱਗ, ਯਾਜਨ, ਦਾਨ, ਦਾਨ ਲੈਣਾ, ਸਨਾਨ, ਜਪ, ਹਵਨ, ਦੇਵ ਪੂਜਨ, ਤੀਰਥ ਯਾਤਰਾ, ਤਪ ਦੇ 12 ਕਰਮ ਪ੍ਰਾਸ਼ਚਿਤ ਕਰਾਉਣ ਵਿੱਚ ਸਹਾਇਕ ਹੁੰਦੇ ਸਨ। ਦਸ਼ਾ ਉਹ ਹੀ ਬਣ ਗਈ ਸੀ ਜੋ ਗੁਰੂ ਨਾਨਕ ਜੀ ਨੇ ਕਹੀ ਸੀ ਕਿ ਲੋਕਾਂ ਦਾ ਆਤਮਿਕ ਕਤਲ ਕਰ ਰਿਹਾ ਸੀ, ਪਰ ਆਪੂ ਨਹਾਤਾ ਧੋਤਾ ਦਰਸਾਉਣ ਲਈ ਇਸ਼ਨਾਨ ਜ਼ਰੂਰ ਕਰਦਾ ਸੀ। ਬ੍ਰਾਹਮਣ ਨਾਵੇਂ ਜੀਆਂ ਘਾਏ। ਤੀਜੇ ਸਨ ਜੋਗੀ। ਇਹਨਾਂ ਨੂੰ ਕੁਝ ਸੋਝੀ ਆ ਗਈ ਸੀ ਕਿ ਸੰਸਾਰ ਇੱਕ ਸੁਪਨਾ ਹੈ, ਮਾਇਆ ਹੈ, ਇਹ ਥਿਰ ਨਹੀਂ। ਇਹ ਗੱਲ ਸਮਝਾਉਣ ਦੀ ਥਾਂ ਜੋਗੀ ਆਪ ਹੀ ਘਰ ਘਾਟ ਛੱਡ ਕੇ ਅਤੀਤ ਹੋ ਕੇ ਜੰਗਲਾਂ ਅਤੇ ਕੰਦਰਾਂ ਵਿੱਚ ਚਲੇ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਜਤੀ ਸਦਾਵੇ ਜੁਗਤੀ ਨਾ ਜਾਣੇ, ਛੱਡ ਬਾਹਰ ਘਰ ਬਾਰ। ਲੋਕਾਂ ਦੀ ਕਲਿਆਣ ਇਸ ਕੀ ਕਰਨੀ ਸੀ। ਆਗੂ ਰਹਿਤ ਹੋਏ ਸੰਨਿਆਸੀਆਂ ਦੇ 10 ਅਤੇ ਜੋਗੀਆਂ ਦੇ 12 ਟੋਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਖਿੱਚੋਤਾਣ ਦਾ ਜ਼ਿਕਰ ਰਾਮਕਲੀ ਰਾਗ ਵਿੱਚ ਕੀਤਾ ਹੈ। 12 ਮਹਿ ਜੋਗੀ ਪਰਮਾਏ ਸੰਨਿਆਸੀ 6-4। ਜਿਹੜੇ ਲੋਕਾਂ ਵਿੱਚ ਫਿਰ ਵਿਚਰਦੇ ਵੀ ਸਨ, ਉਹ ਵਿਚਾਰੇ ਖਿੱਥਾਂ, ਝੋਲੀ, ਡੰਡਾ, ਫਹੁਰੀ, ਵਿਭੂਤ, ਧੂਣੀ, ਛੜੀ, ਮੁਰਦਾ ਅਤੇ ਭੇਖਾਂ ਵਿੱਚ ਫਾਥੇ ਹੋਏ ਸਨ। 84 ਆਸਨਾਂ ਦੇ ਤਾਂ ਉਸਤਾਦ ਸਨ, ਪਰ ਆਤਮਿਕ ਬਲ ਦੀ ਸੂਝ ਨਹੀਂ ਸੀ। ਇੱਕ ਲੰਗੋਟੀ ਦੇ ਧਾਰਨੀ, ਨਿਰੂਲੀ, ਕਰਮ ਕਰਨ ਵਾਲੇ, ਮੋਨੀ, ਅਵਧੂਤ, ਭਗੌਤੀ, ਦੁਧਾਧਾਰੀ, ਜੰਗਮ, ਦਿਗੰਬਰ, ਕਨਪਾਟੇ, ਸੁੰਨ ਸਮਾਧ ਵਿੱਚ ਲੀਨ, ਵਣਖੰਡ ਵਿੱਚ ਵਿਚਰਨ ਵਾਲੇ, ਕੰਦ ਮੂਲ ਚੁਣ ਗੁਜ਼ਾਰਾ ਕਰਦੇ, ਭਸਮ ਮਲ ਫਿਰਦੇ, ਅੱਗ ਵਿੱਚ ਸੜ ਮਰਨ ਵਾਲੇ, ਤਨ ਨੂੰ ਹਿਮਾਲਿਆ ਵਿੱਚ ਗਾਲਣ ਵਾਲੇ ਤਾਂ ਬਹੁਤੇਰੇ ਜੋਗੀ ਸਨ, ਪਰ ਮਨ ਨੂੰ ਕਾਬੂ ਕਰਕੇ ਸੰਸਾਰ ਵਿੱਚ ਵਿਚਰਨ ਵਾਲਾ ਇੱਕ ਵੀ ਨਹੀਂ ਸੀ। ਗੁਰੂ ਜੀ ਦਾ ਫਰਮਾਨ ਹੈ ਕਿ ਉਹ ਜੋਗੀ ਤਾਂ ਗ੍ਰਹਿਸਤੀਆਂ ਤੋਂ ਵੀ ਗਏ ਗੁਜ਼ਰੇ ਸਨ, ਕਿਉਂਕਿ ਉਹਨਾਂ ਅੰਦਰ ਤ੍ਰਿਸ਼ਨਾ ਬਹੁਤ, ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ। ਠੀਕ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ, ਜੋਗੀ ਜਗਤ ਨਾ ਜਾਣੇ ਅੰਧ। ਨਿਬੇੜਾ ਕਰਦੇ ਗੁਰੂ ਜੀ ਕਹਿੰਦੇ ਹਨ ਕਿ ਤਿੰਨਾਂ ਨੇ ਹੀ ਉਜਾੜਾ ਪਾਇਆ ਹੋਇਆ ਸੀ ਅਤੇ ਤਿੰਨੇ ਹੀ ਲੋਕਾਂ ਨੂੰ ਠੀਕ ਰਸਤੇ ਤੋਂ ਉਕਾ ਰਹੇ ਸਨ। ਕਾਦੀ ਕੂੜ ਬੁੱਲ ਮਲ ਖਾਏ, ਬ੍ਰਾਹਮਣ ਨਾਵੇਂ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੋਂ ਉਜਾੜੇ ਕਾ ਬੰਦ। ਇਸ ਦੇ ਨਾਲ ਹੀ ਲੋਕਾਂ ਦੀ ਆਪਣੀ ਧਾਰਮਿਕ ਦਸ਼ਾ ਵੀ ਕੋਈ ਉੱਚੀ ਨਹੀਂ ਸੀ ਹੋਈ। ਡਾਕਟਰ ਗੋਕਲ ਚੰਦ ਨਰੰਗ ਲਿਖਦਾ ਹੈ ਕਿ ਜਿਹੜੇ ਮੁਸਲਮਾਨ ਹੋਣ ਤੋਂ ਬਚ ਗਏ ਸਨ, ਉਹਨਾਂ ਦਾ ਧਰਮ ਸਿਰਫ ਵਹਿਮਾਂ ਦਾ ਧਰਮ ਰਹਿ ਗਿਆ ਸੀ। ਕੁਝ ਖਾਸ
ਖਾਸ ਰਸਮਾਂ ਹੀ ਸਨ ਜੋ ਉਹ ਕਰ ਰਹੇ ਸਨ। ਦੌਲਤ ਰਾਏ ਬਹੁਤ ਸੁੰਦਰ ਲਿਖਦੇ ਹਨ कि धार्मिक तौर पे उस वेले एक गणेश का पुजारी था, दूसरा सूरज का, तीसरा शिव का, चौथा विष्णु का, पांचवा राम का, छठा कृष्ण का, सातवां हनुमान का, आठवां ब्राह्मण का, नौवां लक्ष्मण का, 10वां शंकर आचार्य का, 11वां वेदांती, 12वां कर्मकांडी और उस पार आपस में विरोध और कीना। मुल्क की जबान एक न थी, धार्मिक पुस्तकें एक न थी जो तमाम हिंदुओं पर हावी हो। धर्म का कोई ऐसा मामला न था जिसमें तमाम हिंदू शामिल हो। फिर दौलत राय लिखते हैं, हर एक का तिलक अलहदा, तिलक की शक्ल अलहदा, तिलक का रंग अलहदा, माला और मणके जुदा जुदा, किसी की लकड़ी की, किसी की तुलसी की, किसी की रुद्राक्ष की, किसी की सुर्ख, किसी की सब्ज, किसी की स्याह, किसी की सफ़ेद। गर्ज किस किस चीज़ का जिक्र करे, सब कुछ मुख्तलिफ और मुतजाद। हर एक देवता का नरक स्वर्ग अपना अपना था। व्यंग वजों फिर उन्हें लिखा है, जब खुद देवताओं में जंग थी और अनेक पैरोकारों में सुलह क्यों कर रह सकती थी। खुद ईश्वर की ऐसी दुर्गति थी कि ना सिर्फ उसको आदमियों में उतारा बल्कि जानवरों, कच्छ मच्छ, सूर में भी नाजिल किया और उससे बदतर आदमी ना हैवान बल्कि नरसिंह बना दिया। अंत विच उन्हें लिखा है, जिन लोगों का ना मजहब एक, ना गर्ज एक, ना जबान एक, ना इखलाक एक, ना दुनिया एक, ना आकबत एक, ना मुशाक एक, ना मुआद एक, ना इबादत एक, ना रियाजत एक, ना तर्जे ज़िंदगी एक, ना लिबास एक, ना खुशी एक, ना गमी एक, ना उम्मीद एक, ना यास एक, ना गिजा एक, ना खाना एक, ना रस्म एक, ना म्याज एक, ना अदात एक, ना बहशत एक, ना दोजख एक। ऐसी सूरत में यगानत, यकजहती, इत्तेफाक और कौमी हमदर्दी का नाम कुजा। इंसान दुनिया दीयां लोड़ां नूं ही मुख रखदा होया दतार नूं विसार के कुदरत विच परतੱਖ दिसदियां कई ताकतां नूं देवते बना के उन्हां नूं पूजन लग पिया सी। दरखत, मड़ियां, सूरज, चंद, आकाश नूं रब समझ के सिजदे करन लग पिया सी। भाई गुरदास जी कहते हैं कि यह सब फोकट धर्म सी अते फोकट धर्मी भरम भुलावे अपनी लोड़ दा मारिया मनुख रुखां मड़ियां अगे भी नक रगड़दा सी। इन्हां अनेक पूजा ने वਹਿਮਾਂ ਅਤੇ ਭਰਮਾਂ ਨੂੰ जन्म दिता। मते फलां देवता नाराज ना हो जाए। ਇਹ ਇਸ ਦੇ ਮੂੰਹ ਚੜਿਆ ਫਿਰਕਾ ਸੀ। ਜੇ ਕਿਸੇ ਵੇਲੇ ਵਾਂਢੇ ਜਾਣ ਦੀ ਲੋੜ ਪੈ ਜਾਵੇ ਤਾਂ ਮਹੂਰਤ ਕਢਾਏ। ਅਸ਼ਰਫ ਉਲ ਮਖਲੂਕਾਤ ਬਿੱਲੀਆਂ, ਨਿੱਛਾਂ, ਖੰਘਾਂ ਅਤੇ ਰਾਸ਼ੀਆਂ ਦਾ ਗੁਲਾਮ ਹੋ ਗਿਆ ਸੀ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜਗਤ ਵਿੱਚ ਵੱਡੀ ਗਿਲਾਨੀ ਉਲਟ ਖਲੋਤੀ ਸੀ। ਇੱਕ ਦੂਜੇ ਤੋਂ ਨੱਕ ਚਾੜਿਆ ਜਾਂਦਾ ਸੀ। ਵੱਡੀ ਵਰਨਾ ਆਸ਼ਰਮਾਂ ਦੀ ਪੈ ਗਈ ਸੀ। ਸੰਨਿਆਸੀਆਂ ਨੇ 10 ਅਤੇ ਜੋਗੀਆਂ ਨੇ 12 ਰਾਹ ਚਲਾ ਦਿੱਤੇ ਸਨ। ਜੰਗਮ, ਸਰੇਵੜੇ ਅਤੇ ਦਿਗੰਬਰਾਂ ਨੇ ਦਗੇ ਅਤੇ ਵਾਦ ਰਚਾ ਦਿੱਤੇ ਸਨ। ਬ੍ਰਾਹਮਣਾਂ ਨੇ ਵੇਦ, ਸ਼ਸਤਰ ਅਤੇ ਪੁਰਾਣ ਹੀ ਲੜਾ ਦਿੱਤੇ ਸਨ। 6 ਸ਼ਸਤਰਾਂ ਦੀ ਹਰ ਵਕਤ ਬਹਿਸ ਹੀ ਛਿੜੀ ਰਹਿੰਦੀ ਸੀ। ਪਖੰਡ ਅਨੇਕ ਪ੍ਰਕਾਰ ਦੇ ਪ੍ਰਚਲਿਤ ਹੋ ਗਏ ਸਨ। ਤਵੀਤ, ਧਾਗੇ, ਮੰਤਰ, ਰਸਾਇਣ ਅਤੇ ਕਰਾਮਾਤਾਂ ਦੀ ਕਾਲਖ ਨਾਲ ਸਭ ਲਿਬੜੇ ਹੋਏ ਸਨ। ਭਰਮ ਹੀ ਭਰਮ ਸਭ ਪਾਸੇ ਸੀ। ਭਏ ਗਿਲਾਨ ਜਗਤ ਵਿੱਚ 4 ਵਰਨ ਆਸ਼ਰਮ ਉਪਾਏ। 10 ਨਾਮ ਸੰਨਿਆਸੀਆਂ, ਜੋਗੀ 12 ਪੰਥ ਚਲਾਏ। ਜੰਗਮ ਅਤੇ ਸਰੇਵੜੇ, ਦਗੇ, ਦਿਗੰਬਰ
ਵਾਦ ਕਰਾਏ। ਬ੍ਰਾਹਮਣ ਬਹੁ ਪ੍ਰਕਾਰ ਕਰ, ਸ਼ਸਤਰ ਵੇਦ ਪੁਰਾਣ ਲੜਾਏ। ਖਟ ਦਰਸ਼ਨ ਬਹੁ ਵੈਰ, ਕਰ ਨਾਲ ਛਤੀਸ ਪਖੰਡ ਰਲਾਏ। ਤੰਤ ਮੰਤ ਰਸਾਇਣਾ, ਕਰਾਮਾਤ ਕਾਲ ਖਏ ਲਪਟਾਏ। ਇਕਸ ਤੇ ਬਹੁ ਰੂਪ ਕਰ, ਰੂਪ ਕਰੂਪ ਘਣੇ ਦਿਖਾਏ। ਕਲਯੁਗ ਅੰਦਰ ਭਰਮ ਭੁਲਾਏ। ਆਰਥਿਕ ਦਸ਼ਾ। ਸਾਰੀ ਜਨਤਾ ਆਸਾਨੀ ਨਾਲ ਦੋ ਹਿੱਸਿਆਂ ਵਿੱਚ ਵੰਡੀ ਜਾ ਸਕਦੀ ਸੀ, ਇੱਕ ਅਮੀਰ ਅਤੇ ਦੂਜੇ ਗਰੀਬ। ਦਰਮਿਆਨਾ ਤਬਕਾ ਬਹੁਤ ਘੱਟ ਸੀ। ਮੁਸਲਮਾਨ ਹਾਕਮ ਹੋਣ ਕਰਕੇ ਗਰੀਬ ਜਨਤਾ ਨੂੰ ਲੁੱਟਦਾ ਸੀ। ਬਹੁਤ ਭੈੜੀ ਆਰਥਿਕ ਹਾਲਤ ਦੀ ਮਾਰੀ ਹਾਕਮ ਦਾ ਹਰ ਰੌਹਬ ਸਹਾਰਦੀ ਸੀ। ਹਿੰਦੂ ਜੋ ਅਮੀਰ ਸੀ ਉਸ ਵਿੱਚ ਅਤੇ ਮੁਸਲਮਾਨ ਹਾਕਮ ਵਿੱਚ ਕੋਈ ਫਰਕ ਨਹੀਂ ਸੀ। ਮੋਟੇ ਲਫ਼ਜ਼ਾਂ ਵਿੱਚ ਕੋਈ ਮਲਕ ਭਾਗੋ ਸੀ ਜੋ ਲੋਕਾਂ ਦਾ ਖੂਨ ਚੂਸਦਾ ਸੀ ਅਤੇ ਕੋਈ ਗਰੀਬ ਲਾਲੋ ਸੀ ਜੋ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ। ਬਹੁਤੇ ਵਾਹਕ ਸਨ, ਜ਼ਮੀਨ ਤੋਂ ਹੀ ਰੋਟੀ ਦਾ ਨਿਰਬਾਹ ਕਰਦੇ ਸਨ। ਵੱਡੇ ਵੱਡੇ ਜ਼ਿਮੀਂਦਾਰ ਵਾਹਕਾਂ ਦਾ ਰਤੀ ਭਰ ਖਿਆਲ ਨਹੀਂ ਸਨ ਕਰਦੇ। ਕਈ ਹਿੰਦੂ ਤਜਾਰਤ ਵੀ ਕਰਦੇ ਸਨ, ਪਰ ਬਹੁਤਿਆਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਹੱਟੀਆਂ ਪਾਈਆਂ ਹੋਈਆਂ ਸਨ। ਕੋਈ ਸ਼ਾਹੂਕਾਰ ਵੀ ਕਰਦੇ ਸਨ। ਇਸ ਵੱਡੇ ਪਾੜੇ ਨੂੰ ਪੂਰਾ ਕਰਨਾ ਮੁਸ਼ਕਿਲ ਸੀ। ਇਸ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ। ਰਾਜ ਲੋਭ ਦਾ ਸੀ, ਚੌਕੀਦਾਰੀ ਕਾਮ ਦੀ ਸੀ, ਸਰਦਾਰੀ ਕੂੜ ਦੀ। ਜਨਤਾ ਅਗਿਆਨਤਾ ਦੇ ਹਨੇਰੇ ਵਿੱਚ ਫਸੀ ਹੋਈ ਸੀ। ਸੱਚ ਅਤੇ ਸਦਾਚਾਰ ਉੱਡ ਗਿਆ ਸੀ। ਧਰਮ ਦੇ ਠੇਕੇਦਾਰ ਧਰਮ ਨੂੰ ਵੇਚ-ਵੇਚ ਕੇ ਖਾ ਗਏ ਸਨ। ਇਸਤਰੀ ਰੂਪ ਦਾ ਸ਼ਿੰਗਾਰ ਬਣ ਕੇ ਵੇਸਵਾ ਬਣੀ ਹੋਈ ਸੀ। ਗੱਲ ਕੀ, ਹਰ ਗੱਲ ਵਿੱਚ ਕੂੜ ਪ੍ਰਧਾਨ ਸੀ। ਇਹ ਸੀ ਦਸ਼ਾ ਜਦ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ।